काबिले गौर है कि 20 जुलाई ਨੂੰ सीबीआई ਦੇ ਵੱਲੋਂ ਸਪਲੀਮੈਂਟਰੀ ਚਾਰਜਸ਼ੀਟ ਦਾਖਲ ਕੀਤੀ ਗਈ ਸੀ। ਦਰਅਸਲ ਦਿੱਲੀ ਦੀ ਰਾਉਜ਼ ਐਵਨਿਊ ਕੋਰਟ ਸੁਣਵਾਈ ਹੋਏਗੀ। ਦੱਸ ਦਈਏ ਕਿ ਚਾਰਜਸ਼ੀਟ ਟਾਈਟਲਰ ਮੁਲਜ਼ਮ ਵੱਲੋਂ ਨਾਮਜ਼ਦ ਨੇ। ਟਾਈਟਲਰ ਤੇ ਭੀੜ ਨੂੰ ਭੜਕਾਉਣ ਅਤੇ ਉਕਸਾਉਣ ਦੇ ਇਲਜ਼ਾਮ ਨੇ। ਸੀਬੀਆਈ ਦੀ ਚਾਰਜਸ਼ੀਟ ਮੁਤਾਬਕ ਟਾਈਟਲਰ ਨੂੰ ਭੀੜ ਨੇ ਭੜਕਾਇਆ ਸੀ। ਦੱਸ ਦਈਏ ਕਿ ਚਾਰਜਸ਼ੀਟ ਸੀਬੀਆਈ ਨੇ ਕਿਹਾ ਕਿ ਟਾਈਟਲਰ ਨੇ 1 ਨਵੰਬਰ 1984 ਨੂੰ ਪੁਲ ਬੰਗਸ਼ ਗੁਰਦੁਆਰਾ ਆਜ਼ਾਦ ਮਾਰਕੀਟ 'ਚ ਇਕੱਠੀ ਹੋਈ ਭੀੜ ਨੂੰ ਭੜਕਾਇਆ ਸੀ, ਜਿਸ ਕਾਰਨ ਗੁਰਦੁਆਰੇ ਨੂੰ ਅੱਗ ਲਗਾ ਦਿੱਤੀ ਗਈ ਅਤੇ 3 ਸਿੱਖ ਮਾਰੇ ਗਏ ਸਨ। ਤੇ ਅੱਜ ਇਸ ਅਹਿਮ ਕੇਸ ਦੀ ਸੁਣਵਾਈ ਹੋਏਗੀ। ਦੱਸਦੇ ਕਿ ਦਿੱਲੀ ਦੀ ਰਾਉਜ਼ ਐਵਨਿਊ ਕੋਰਟ 'ਚ ਇਸ ਕੇਸ ਮੁਤਾਬਕ ਸੁਣਵਾਈ ਹੋਏਗੀ। ਇਸ ਵਿਚਾਲੇ ਪਿਛਲੇ ਹੀ ਦਿਨਾਂ 'ਚ ਵੌਇਸ ਸੈਂਪਲ ਵੀ ਜਗਦੀਸ਼ ਟਾਈਟਲਰ ਦੇ ਲਏ ਗਏ ਸੀਗੇ। ਉੱਥੇ ਜਗਦੀਸ਼ ਟਾਈਟਲਰ ਕਹਿੰਦੇ ਵੀ ਨਜ਼ਰ ਆਏ ਸੀਗੇ ਕਿ ਮੇਰੇ ਖਿਲਾਫ ਕੋਈ ਵੀ ਸਬੂਤ ਸਾਬਤ ਹੁੰਦਾ ਹੈ ਤੇ ਮੈਨੂੰ ਫਾਂਸੀ ਦੇ ਦਿਵੋ। ਤੇ ਅੱਜ ਇਸ ਕੇਸ 'ਚ ਅਹਿਮ ਸੁਣਵਾਈ ਹੋਏਗੀ। 20 ਮਈ ਨੂੰ ਸੀਬੀਆਈ ਨੇ ਚਾਰਜਸ਼ੀਟ ਦਾਖਲ ਕੀਤੀ ਸੀ ਕੋਰਟ 'ਚ। ਹੁਣ ਗੱਲ ਡੇਰਾ ਮੁਖੀ ਰਾਮ ਰਹੀਮ ਦੀ। ਰਾਮ ਰਹੀਮ ਨੂੰ ਫਿਰ ਪੈਰੋਲ ਮਿਲਣ ਤੇ ਵਿਵਾਦ ਛਿੜਦਾ ਹੋਇਆ ਨਜ਼ਰ ਆ ਰਿਹਾ ਹੈ। ਕੱਲ ਹੀ ਪੈਰੋਲ ਮਿਲੀ ਹੈ। ਦੱਸਦੇ ਕਿ ਐਸਜੀਪੀਸੀ ਅਤੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਗਬੀਰ ਸਿੰਘ ਨੇ ਇਸ ਦਾ ਸਖਤ ਵਿਰੋਧ ਜਤਾਇਆ ਹੈ, ਕਰੜਾ ਵਿਰੋਧ ਕੀਤਾ ਹੈ। ਸਿੱਖਾਂ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਥੇ ਜਥੇਦਾਰ ਦਾ ਕਹਿਣਾ ਹੈ ਕਿ ਸਿੱਖਾਂ ਨੂੰ ਨੀਵਾ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿਆਸੀ ਹਿੱਤਾਂ ਲਈ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਹੈ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਹਿੰਦੇ ਹੋਏ ਨਜ਼ਰ ਆਏ। ਧਾਮੀ ਨੇ ਕਿਹਾ ਕਿ ਪੈਰੋਲ ਰੱਦ ਕਰਕੇ ਡੇਰਾ ਮੁਖੀ ਨੂੰ ਤੁਰੰਤ ਜੇਲ੍ਹ ਭੇਜੋ। ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਮਿਲੀ ਹੈ। ਕੱਲ ਹੀ ਪੈਰੋਲ ਦਿੱਤੀ ਗਈ ਹੈ। ਦੱਸਦੇ ਕਿ 7ਵੀਂ ਵਾਰ ਰਾਮ ਰਹੀਮ ਡੇਰਾ ਮੁਖੀ ਬਾਹਰ ਆਇਆ ਹੈ। ਸੁਨਾਰੀਆ ਜੇਲ੍ਹ 'ਚ ਬੰਦ ਹੈ। ਰੇਪ ਤੇ ਮਰਡਰ ਦੇ ਕੇਸ 'ਚ ਬੰਦ ਹੈ ਤੇ ਯੂਪੀ ਦੇ ਬਾਗਪਤ ਆਸ਼ਰਮ ਚਲਾ ਗਿਆ ਹੈ ਤੇ ਪੈਰੋਲ ਤੇ ਬਾਗਪਤ ਆਸ਼ਰਮ ਗਿਆ ਹੈ ਰਾਮ ਰਹੀਮ, ਤੇ ਜਿਸ ਨੂੰ ਲੈ ਕੇ ਐਸਜੀਪੀਸੀ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਰੜਾ ਵਿਰੋਧ ਜਤਾਇਆ। ਸਰਕਾਰ ਵੱਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਜੋ ਕਿ ਕਤਲ ਦੇ ਕੇਸ ਵਿੱਚ, ਬਲਾਤਕਾਰ ਦੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਹੈ, ਉਹਨੂੰ ਫਿਰ ਤੋਂ ਪੈਰੋਲ ਦਿੱਤੀ ਗਈ ਹੈ, ਜਿਸ ਤੇ ਸਮੁੱਚੇ ਖਾਲਸਾ ਪੰਥ ਨੂੰ ਸਖਤ ਇਤਰਾਜ਼ ਹੈ। ਕਿਉਂਕਿ ਇੱਕ ਪਾਸੇ ਇਹ ਕਾਤਲ ਇਹ ਵਿਭਚਾਰੀ ਜੇਲ੍ਹ ਵਿੱਚ ਬੰਦ ਹੈ, ਇਹਨੂੰ ਵਾਰ-ਵਾਰ ਰਿਹਾਈ ਦਿੱਤੀ ਜਾ ਰਹੀ ਹੈ, ਪੈਰੋਲ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਸਿੱਖ ਜੁਝਾਰੂ ਬੰਦੀ ਸਿੰਘ ਨੇ ਜਿਨ੍ਹਾਂ ਨੂੰ 32 ਸਾਲ ਜੇਲ੍ਹਾਂ ਵਿੱਚ ਬੰਦ ਬੈਠਿਆਂ ਨੂੰ ਹੋ ਗਏ ਨੇ, ਉਹਨਾਂ ਨੂੰ ਕਿਸੇ ਕਿਸਮ ਦੀ ਰਿਹਾਈ ਸਰਕਾਰਾਂ ਦੇ ਵੱਲੋਂ ਨਹੀਂ ਦਿੱਤੀ ਜਾ ਰਹੀ। ਇਹ ਸਾਨੂੰ ਹਿੰਦੁਸਤਾਨ ਦੇ ਵਿੱਚ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਔਰ ਸਾਨੂੰ ਸਾਰਿਆਂ ਨੂੰ ਇਹਨੂੰ ਬਾਰ-ਬਾਰ ਪੈਰੋਲ ਦੇ ਕੇ ਸਾਨੂੰ ਸਾਰਿਆਂ ਨੂੰ ਇਹ ਨੀਵਾਂ ਦਿਖਾਉਣ ਦੀ ਸਰਕਾਰਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। 1999 ਤੋਂ ਲੈ ਕੇ 2017 ਤੱਕ 20 ਸਾਲ ਮੈਂ ਇਸ ਦੇ ਖਿਲਾਫ ਜਿਹੜੀ ਸੀ ਸਿਧਾਂਤਕ ਲੜਾਈ ਲੜੀ, ਜਿਹਦੇ ਦੌਰਾਨ ਮੈਨੂੰ ਅਨੇਕਾਂ ਮੁਕੱਦਮੇ ਜੇਲ੍ਹਾਂ ਦਾ ਸਾਹਮਣਾ ਕਰਨਾ ਪਿਆ। ਬਹੁਤ ਸਾਰੀਆਂ ਜੇਲ੍ਹਾਂ ਮੈਂ ਕੱਟੀਆਂ, ਪੰਜਾਬ 'ਚ ਵੀ, ਹਰਿਆਣੇ 'ਚ ਵੀ, ਔਰ ਇਸੇ ਤਰ੍ਹਾਂ ਬਹੁਤ ਸਾਰੇ ਮੁਕੱਦਮੇ ਜਿਹੜੇ ਸੀ ਉਹ ਇਹਦੇ ਖਿਲਾਫ ਜਿਹੜੇ ਸੀ ਉਹ ਮੈਨੂੰ ਭੁਗਤਣੇ ਪਏ। ਪਰ ਮੈਂ ਸੱਚ ਦੀ ਲੜਾਈ ਜਾਰੀ ਰੱਖੀ ਔਰ ਜਿੰਨਾ ਚਿਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਨਹੀਂ ਗਿਆ, ਅਸੀਂ ਉਸ ਲੜਾਈ ਨੂੰ ਵਿਰਾਮ ਨਹੀਂ ਦਿੱਤਾ। ਸੋ ਮੈਂ ਕਹਿਣਾ ਚਾਹੁੰਦਾ ਕਿ ਇਹੋ ਜਿਹਾ ਸੰਕੀਨ ਅਪਰਾਧੀ ਉਹਦੀ ਪੈਰੋਲ ਦੇ ਅਸੀਂ ਸਖਤ ਖਿਲਾਫ ਹਾਂ। ਜਦੋਂ ਮੈਂ ਮੁੱਖ ਸੇਵਾਦਾਰ ਸੀ ਹਰਿਆਣਾ ਕਮੇਟੀ ਦਾ ਤਾਂ ਉਦੋਂ ਇਹਦੀ ਪਹਿਲੀ ਪੈਰੋਲ ਹੋਈ ਸੀ, ਤਾਂ ਮੈਂ ਐਗਜ਼ੈਕਟਿਵ ਦੇ ਵਿੱਚ ਮਤਾ ਪਾਸ ਕਰਕੇ ਹਰਿਆਣਾ ਦੇ ਮੁੱਖ ਮੰਤਰੀ ਮਾਨਯੋਗ ਸ਼੍ਰੀ ਮਨੋਹਰ ਲਾਲ ਖੱਟੜ ਜੀ ਕੋਲ ਜਾ ਕੇ ਵਿਰੋਧ ਕੀਤਾ ਸੀ, ਬਕਾਇਦਾ ਵਿਰੋਧ ਦਰਜ ਕਰਾਇਆ ਸੀਗਾ। ਹੁਣ ਗੱਲ ਰਾਜਸਥਾਨ ਦੀ ਰਾਜਧਾਨੀ ਨਾਲੇ ਪਿੰਕ ਸਿਟੀ ਜੈਪੁਰ ਦੀ। ਭੂਚਾਲ ਦੇ ਝਟਕਿਆਂ ਨਾਲ ਹਿਲਿਆ ਹੈ ਰਾਜਸਥਾਨ ਦਾ ਜੈਪੁਰ। ਦੱਸਦੇ ਕਿ ਇੱਕ ਤੋਂ ਬਾਅਦ ਇੱਕ 4 ਵਾਰ ਝਟਕੇ ਮਹਿਸੂਸ ਕੀਤੇ ਗਏ। ਤੜਕੇ ਸਵੇਰੇ ਅਰਾਊਂਡ 4 ਵਜੇ ਅੱਜ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ਤੇ ਇਸ ਦੀ ਤੀਬਰਤਾ ਯਾਨੀ ਕਿ ਇੰਟੈਂਸਿਟੀ 4.5 ਮਾਪੀ ਗਈ ਹੈ। ਭੂਚਾਲ ਦੇ ਸਮੇਂ ਧਮਾਕੇ ਜਿਹੀ ਆਵਾਜ਼ ਆਈ, ਵਾਈਬ੍ਰੇਸ਼ਨ ਕਾਫੀ ਹੋਈ, ਕੰਪਨ ਕਾਫੀ ਮਹਿਸੂਸ ਕੀਤੀ ਗਈ। ਤੜਕੇ 4:09 ਤੇ ਭੂਚਾਲ ਦਾ ਪਹਿਲਾ ਝਟਕਾ ਆਇਆ। ਦੱਸਦੇ ਕਿ ਉਸ ਤੋਂ ਬਾਅਦ 4:22 ਤੇ ਦੁਬਾਰਾ ਭੂਚਾਲ ਆਇਆ। ਦੂਜੀ ਵਾਰ ਭੂਚਾਲ ਦੀ ਤੀਬਰਤਾ 3.1 ਮਾਪੀ ਗਈ। ਜੈਪੁਰ ਰਿਹਾ ਹੈ ਭੂਚਾਲ ਦਾ ਕੇਂਦਰ ਯਾਨੀ ਕਿ ਸੈਂਟਰ ਰਿਹਾ ਹੈ ਜੈਪੁਰ, ਤੇ ਇਸ ਦੇ ਨਾਲ ਹੀ ਜ਼ਮੀਨ ਤੋਂ 5 ਕਿਲੋਮੀਟਰ ਹੇਠਾਂ ਆ ਕੇਂਦਰ ਰਿਹਾ ਹੈ। ਤੇ ਸਵੇਰੇ ਤੜਕੇ 4 ਵਜੇ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ, ਜਿੱਥੇ ਕਿ ਤੇਜ਼ ਧਮਾਕੇ ਤੋਂ ਬਾਅਦ ਜਿਸ ਤਰ੍ਹਾਂ ਦੀ ਵਾਈਬ੍ਰੇਸ਼ਨ ਹੁੰਦੀ ਹੈ, ਕੰਪਨ ਮਹਿਸੂਸ ਕੀਤੀ ਜਾਂਦੀ ਹੈ, ਉਸ ਤਰ੍ਹਾਂ ਦੀ ਹੀ ਤਸਵੀਰਾਂ ਸਾਹਮਣੇ ਆਈਆਂ ਨੇ। ਇੱਕ ਤਸਵੀਰ ਤੁਹਾਨੂੰ ਵਿਖਾ ਰਹੇ ਜਿੱਥੇ ਕਿ ਇਹਨਾਂ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕਰਨ ਤੋਂ ਬਾਅਦ ਜੋ ਲੋਕੀ ਸੀਗੇ ਉਹ ਘਰਾਂ ਤੋਂ ਬਾਹਰ ਆ ਗਏ ਸੀਗੇ ਤੇ ਤੇਜ਼ ਜੋ ਹੈ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇੰਜ ਮਹਿਸੂਸ ਕੀਤਾ ਗਿਆ ਕਿ ਜ਼ਬਰਦਸਤ ਧਮਾਕਾ ਹੋਇਆ ਹੈ ਤੇ ਧਮਾਕੇ ਤੋਂ ਬਾਅਦ ਜਿਸ ਤਰ੍ਹਾਂ ਦੀ ਵਾਈਬ੍ਰੇਸ਼ਨ ਹੁੰਦੀ ਹੈ, ਖਿੜਕੀਆਂ ਸ਼ੀਸ਼ੇ ਸਭ ਕੁਝ ਹਿਲ ਜਾਂਦੇ ਨੇ, ਉਦਾਂ ਦੀ ਕੰਪਨ ਮਹਿਸੂਸ ਕੀਤੀ ਗਈ। ਇੱਕ ਤੁਹਾਨੂੰ ਤਸਵੀਰ ਹੋਰ ਵਿਖਾ ਰਹੇ ਹਾਂ। ਤਸਵੀਰਾਂ ਜੋ ਤੁਸੀਂ ਵੇਖ ਪਾ ਰਹੇ ਹੋ, ਸੀਸੀਟੀਵੀ ਤਸਵੀਰਾਂ ਸਾਹਮਣੇ ਆਈ ਨੇ। ਵੇਖਿਆ ਜਾ ਸਕਦਾ ਹੈ ਕਿ ਕਿੰਨੀ ਜ਼ਬਰਦਸਤ ਜੋ ਹੈ ਵਾਈਬ੍ਰੇਸ਼ਨ ਤਸਵੀਰਾਂ 'ਚ ਵੇਖੀ ਜਾ ਸਕਦੀ ਹੈ। ਘਬਰਾਹਟ ਦੇ ਨਾਲ ਜੋ ਲੋਕ ਸੀਗੇ
ਘਰਾਂ ਤੋਂ ਬਾਹਰ ਆ ਗਏ, ਖੁੱਲੇ ਏਰੀਏ 'ਚ ਬਾਹਰ ਆ ਗਏ ਤੇ ਤੜਕੇ ਸਵੇਰੇ ਤਕਰੀਬਨ ਜੋ ਹੈ 4 ਵਜੇ ਅਰਾਊਂਡ 3 ਜੋ ਹੈ ਝਟਕੇ ਵਾਰ-ਵਾਰ ਮਹਿਸੂਸ ਕੀਤੇ ਗਏ। ਤੇ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਪਿੰਕ ਸਿਟੀ ਜੈਪੁਰ ਦੀਆਂ, ਜਿੱਥੇ ਕਿ ਤੜਕੇ ਸਵੇਰੇ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਵੱਖ-ਵੱਖ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ, ਉੱਥੇ ਹੀ ਵੇਖਿਆ ਜਾ ਸਕਦਾ ਹੈ ਕਿ ਜ਼ਬਰਦਸਤ ਵਾਈਬ੍ਰੇਸ਼ਨ ਹੁੰਦੀ ਹੋਈ ਵੇਖੀ ਜਾ ਸਕਦੀ ਹੈ। ਜੋ ਇੱਕ ਤਸਵੀਰਾਂ ਵਿਖਾ ਰਹੇ ਗਲੀ ਦੀਆਂ, ਉੱਥੇ ਵੇਖਿਆ ਜਾ ਸਕਦਾ ਹੈ ਕਿ ਜੋ ਕੁੱਤਾ ਗਲੀ 'ਚ ਨਜ਼ਰ ਆ ਰਿਹਾ ਹੈ ਉਹ ਭੱਜਦਾ ਹੋਇਆ ਵੇਖਿਆ ਜਾ ਸਕਦਾ ਹੈ। ਡਰ ਦੇ ਮਾਰੇ, ਜਿਸ ਤਰ੍ਹਾਂ ਕਿ ਭੂਚਾਲ ਤੋਂ ਬਾਅਦ ਜਿਸ ਤਰ੍ਹਾਂ ਇੱਕ ਤੇਜ਼ ਧਮਾਕਾ ਹੋਇਆ ਤੇ ਵਾਈਬ੍ਰੇਸ਼ਨ ਮਹਿਸੂਸ ਕੀਤੀ ਗਈ, ਜੋ ਲੋਕੀ ਸੀਗੇ ਘਰਾਂ ਨੂੰ ਛੱਡ ਕੇ ਘਰਾਂ ਤੋਂ ਬਾਹਰ ਆ ਗਏ। ਇਸ ਵਿਚਾਲੇ ਕਿਹਾ ਜਾਂਦਾ ਹੈ ਕਿ ਜਦੋਂ ਭੂਚਾਲ ਆਉਂਦਾ ਹੈ ਤੇ ਸਾਨੂੰ ਸਭ ਨੂੰ ਜੋ ਹੈ ਖੁੱਲੇ ਏਰੀਏ 'ਚ ਚਲੇ ਜਾਣਾ ਚਾਹੀਦਾ ਹੈ। ਤੇ ਵੱਖ-ਵੱਖ ਐਂਗਲ ਤੋਂ ਤਸਵੀਰਾਂ ਵਿਖਾ ਰਹੇ ਹਾਂ। ਵੱਖ-ਵੱਖ ਤਸਵੀਰਾਂ ਜੈਪੁਰ ਤੋਂ ਸਾਹਮਣੇ ਨੇ। ਰਾਜਸਥਾਨ ਦਾ ਜੈਪੁਰ ਜੋ ਹੈ ਸੈਂਟਰ ਰਿਹਾ ਹੈ, ਜਿੱਥੇ ਕਿ ਜੋ ਭੂਚਾਲ ਦੇ ਝਟਕੇ ਮਹਿਸੂਸ ਕੀਤੇ। सुबह 4 बजे जब हम लोग जागे, इस भूकंप के झटके से जागे, एकदम एक आवाज़ सी फील हुई और हालांकि बहुत छोटे समय के लिए था, लेकिन इसके बावजूद एक दहशत सी हो गई। कॉलोनी के सारे लोग एकदम जागकर घर से बाहर आ गए थे। एक दहशत फैली हुई थी चारों तरफ। सुबह का टाइम था, लोग ये सोच पा नहीं रहे थे कि क्या हुआ है। फिर लोगों को जब ये एहसास हुआ कि ये एक भूकंप है, तो इसके बाद लोग घरों से बाहर निकालने लगे अपने बच्चों को और बाकी चीज़ों को। एक बहुत दहशत का माहौल पैदा हो गया था और अब जबकि 2 घंटे के आसपास हो गए हैं, लोग थोड़े से आराम के लिए घरों में घुसे हुए हैं। बहुत ज़्यादा चिंता होने लगी, क्योंकि जो वक्त था बहुत ज़्यादा गहरी नींद का था और उस झटके के साथ हमारी आंख खुली। तो सबसे पहले हमने उठती परिजनों को संभाला, सबको आपस में एक दूसरे की कुशलक्षेम पूछी और जो परिचित हमारे शहर में दूसरी जगहों पे मौजूद हैं, घंटा 2 घंटा सिर्फ हम फ़ोन कॉलों पर ही लगे रहे। उस दौरान बीच में 3 झटके महसूस किए, तो लगातार ऐसा लग रहा था कि कहीं कोई बड़ा नुकसान ना हो जाए, किसी जानकार रिश्तेदार को कोई नुकसान ना हुआ हो। इसके लिए हमें 1 घंटा लगा लोगों को फ़ोन करने के लिए। और इस घटना को गुजरे हुए अभी 2-3 घंटे हो चुके हैं, लेकिन अभी भी लोग नॉर्मल नहीं हुए। अब धीरे धीरे लोग घरों में घुसना शुरू किए हैं। बहुत ही 4 बजे के आसपास की बात है। 4 बजे के बाद मैं सो रही थी, सोते सोते एकदम ऐसे लगा जैसे कोई पलंग हिल रहा हो बहुत जोर जोर से। तो उस जोर जोर से एकदम घबराहट से नींद खुली तो देखा तो एकदम हिल रही थी मैं भी। फिर हस्बैंड को बोला, उनको भी महसूस हुआ, फिर बेटे को भी हुआ। फिर हमने घबराहट के मारे बाहर बालकनी में आके देखा कि किसी और को भी लग रहा है क्या। इतनी देर में सामने वाले बिल्डिंग वाले को भी बाहर आ गए थे लोग, बाहर लग रहा था सबको। घबराहट बहुत तेज थी और फिर हमने औरों को भी पूछा तो लोगों को आवाज़ भी सुनाई दी है और कूलर वूलर भी हिल गए, सामान भी हिला है। क्या मेरी आंख खुली हुई थी तो मेरे को ऐसा लगा कि एकदम से ये क्या आवाज़ जैसी आई जोरों की। फिर ऊपर देखा तो पंखा भी हिल रहा था, एसी चालू था इसलिए पंखा बंद कर रखा था। वो पंखा ऐसे हिला जैसे खूब तेज हिला। और फिर मैं बाहर जाके देखा तो बाहर लोग आवाज़ लगा रहे नीचे आ जाओ नीचे आ जाओ, तो हम भी सब नीचे चले गए। नहीं, अभी हमें ऐसा पहले नहीं हुआ, पहली बार ही हुआ। बिल्कुल जो है ऐसा लगा जैसे बिल्कुल अंदर से आवाज़ जमीन में से आ रही हो, खड़ 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 इस तरह की आई। इस न्यूज हेडलाइंस के प्रायोजक